मोहाली ਦੇ ਵਿੱਚ ਚਰਨਜੀਤ ਚੰਨੀ ਧੜੇ ਦੇ ਵੱਲੋਂ ਮੀਟਿੰਗ ਕੀਤੀ ਗਈ ਹੈ। ਰੰਧਾਵਾ, ਤ੍ਰਿਪਤ ਬਾਜਵਾ, ਪਾੜਾ ਤੇ ਆਸ਼ੂ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਨੇ। ਕਾਂਗਰਸ ਦੇ ਸੀਨੀਅਰ ਲੀਡਰਾਂ ਨੇ ਚੰਨੀ ਦੇ ਨਾਲ ਮੀਟਿੰਗ ਕੀਤੀ। ਕਰੀਬ 1.5 ਘੰਟੇ ਤੱਕ ਇਹ ਮੀਟਿੰਗ ਚੱਲੀ ਹੈ ਅਤੇ ਇਹ ਮੀਟਿੰਗ ਆਪਣੇ ਆਪ ਦੇ ਵਿੱਚ ਬਹੁਤ ਕੁਝ ਬਿਆਨ ਕਰ ਰਹੀਆਂ ਨੇ क्योंकि जो पिछले दिन ही परसों दरअसल मोरिंडा ਦੇ ਵਿੱਚ ਚਰਨਜੀਤ ਚੰਨੀ ਦੀ ਰਿਹਾਇਸ਼ ਤੇ ਉਹ ਮੀਟਿੰਗ ਹੋਈ। ਉਸ ਦੇ ਵਿੱਚ ਵੀ 70 ਤੋਂ ਵੱਧ ਕਾਂਗਰਸ ਪਾਰਟੀ ਦੇ ਆਗੂ ਉੱਥੇ ਪਹੁੰਚੇ। ਦੂਜੇ ਪਾਸੇ ਰਾਜਾ ਵੜਿੰਗ ਲਗਾਤਾਰ ਆਗੂਆਂ ਦੇ ਨਾਲ ਮੀਟਿੰਗ ਕਰ ਰਹੇ। ਉਹਨਾਂ ਦੇ ਵੱਲੋਂ ਵੀ ਤਸਵੀਰਾਂ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀਆਂ ਜਾ ਰਹੀਆਂ ਨੇ। ਤਾਂ ਦੋਨੇ ਪਾਸੇ ਇੱਕ ਤਰੀਕੇ ਦੇ ਨਾਲ ਇਹ ਸ਼ਕਤੀ ਪ੍ਰਦਰਸ਼ਨ ਕੀਤਾ ਜਾ ਰਿਹਾ ਕਿਉਂਕਿ ਜੋ ਪਰਸੋਂ ਚਰਨਜੀਤ ਚੰਨੀ ਦੇ ਘਰ ਮੀਟਿੰਗ ਹੋਈ ਸੀ ਉਸ ਦੇ ਵਿੱਚ ਸਾਫ਼ ਤੌਰ ਤੇ ਰਾਜਾ ਵੜਿੰਗ ਦੀ ਪ੍ਰਧਾਨਗੀ ਨੂੰ ਮੰਨਣ ਤੋਂ ਸਾਰੇ ਆਗੂਆਂ ਦੇ ਵੱਲੋਂ ਇਨਕਾਰ ਕਰ ਦਿੱਤਾ ਗਿਆ। ਹਾਈ ਕਮਾਨ ਨੂੰ ਜੋ ਕਿ ਸਮਾਂ ਦਿੱਤਾ ਗਿਆ ਕਿ ਇੱਕ ਹਫ਼ਤੇ ਦੇ ਅੰਦਰ ਫੈਸਲੇ ਤੇ ਮੁੜ ਵਿਚਾਰ ਕੀਤਾ ਜਾਵੇ, ਨਹੀਂ ਤਾਂ ਫਿਰ ਅਗਲਾ ਫੈਸਲਾ ਲਿਆ ਜਾਵੇਗਾ। ਹਾਲਾਂਕਿ ਇਸ ਦੇ ਵਿਚਾਲੇ ਕਾਂਗਰਸ ਹਾਈ ਕਮਾਨ ਦੇ ਵੱਲੋਂ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਦੇ ਵੱਲੋਂ ਡੈਮੇਜ ਕੰਟਰੋਲ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਇਹ ਤਸਵੀਰਾਂ ਆਪਣੇ ਆਪ ਦੇ ਵਿੱਚ ਬਹੁਤ ਕੁਝ ਬਿਆਨ ਕਰ ਰਹੀਆਂ ਨੇ। ਇਹਦੇ ਵਿੱਚ ਜੇਕਰ ਖਾਸ ਕਰਕੇ ਦੋ ਆਗੂਆਂ ਦੀ ਗੱਲ ਕਰੀਏ ਜੋ ਚੰਨੀ ਦੀ ਮੀਟਿੰਗ ਦੇ ਵਿੱਚ ਪਰਸੋਂ ਸ਼ਾਮਲ ਨਹੀਂ ਸੀ ਹੋਏ, ਉਹ ਅੱਜ ਇਸ ਮੀਟਿੰਗ ਦੇ ਸ਼ਾਮਲ ਹੋਏ। ਚਾਹੇ ਉਹ ਸੁਖਜਿੰਦਰ ਸਿੰਘ ਰੰਧਾਵਾ ਹੋਣ, ਚਾਹੇ ਉਹ ਬਰਿੰਦਰਮੀਤ ਸਿੰਘ ਪਾੜਾ ਹੋਣ। ਉਸ ਦਿਨ ਤਾਂ ਮੀਟਿੰਗ ਦੇ ਵਿੱਚ ਨਜ਼ਰ ਨਹੀਂ ਆਏ, ਪਰ ਅੱਜ ਬਿਲਕੁਲ ਚਰਨਜੀਤ ਸਿੰਘ ਚੰਨੀ ਦੇ ਨਾਲ ਖੜੇ ਨਜ਼ਰ ਆ ਰਹੇ ਨੇ। ਤਸਵੀਰਾਂ ਦੇ ਵਿੱਚ ਤਸਵੀਰ ਦੇ ਜ਼ਰੀਏ ਕਿਤੇ ਨਾ ਕਿਤੇ ਇੱਕ ਵਿਖਾਉਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਚਰਨਜੀਤ ਚੰਨੀ ਦੇ ਨਾਲ ਨੇ। ਜੋ ਉਹਨਾਂ ਦੀ ਡਿਮਾਂਡ ਹੈ, ਜੋ ਮੰਗ ਹੈ, ਇੱਕ ਤਰੀਕੇ ਦੇ ਨਾਲ ਉਹਨਾਂ ਦਾ ਵੀ ਸਮਰਥਨ ਕੀਤਾ। ਤੁਸੀਂ ਬਹੁਤ ਚੰਗੇ ਰਿਪੋਰਟਰ ਹੋ, ਮੇਰੇ ਚੰਗੇ ਭਰਾ ਹੋ ਔਰ ਕੁਝ ਲੋਕਾਂ ਨਾਲ ਤੁਹਾਡੇ ਨਾਲ ਮੇਰੇ ਰਿਸ਼ਤੇ ਪਰਿਵਾਰਕ ਹੈ। ਪਰ ਜਦੋਂ ਤੁਸੀਂ ਐਸੀ ਗੱਲ ਕਹੋਗੇ ਜਿਹੜੀ ਕਿਸੇ ਨਹੀਂ ਆਈ ਕਿੱਥੋਂ ਹੈ, ਕਿਹੜੀ ਚਿੱਠੀ ਹੈ, ਕੋਈ ਟਰੈਵਲ ਕਿੱਦਾਂ ਤੁਸੀਂ ਲਿਖੋਗੇ? ਸੋਸ਼ਲ ਮੀਡੀਆ ਤੇ ਕੀ ਹੈ? ਕਿਸੇ ਸੋਸ਼ਲ ਮੀਡੀਆ ਤੇ ਕਿਸੇ ਪ੍ਰਕਾਰ ਦੀ ਕੋਈ ਗੱਲ ਆਈ ਹੈ ਤਾਂ ਮੈਨੂੰ ਦੱਸੋ। ਮੈਨੂੰ ਤਾਂ ਇਹ ਲੱਗ ਰਿਹਾ ਕਿ ਸਾਡੀ ਕਾਂਗਰਸ ਪਾਰਟੀ ਦੇ ਵਰਿਸ਼ਠ ਲੀਡਰ ਜਿਨ੍ਹਾਂ ਦਾ ਮੈਂ ਬਹੁਤ ਸਨਮਾਨ ਕਰਦਾ ਹਾਂ, ਉਹ ਸਾਰੇ ਬਹੁਤ ਚਿੰਤਿਤ ਨੇ ਕਿ ਕਾਂਗਰਸ ਪਾਰਟੀ ਨੇ ਆਉਣ ਵਾਲੇ ਦਿਨਾਂ 'ਚ ਪੰਜਾਬ ਦੇ ਲੋਕਾਂ ਦੀ ਅਗਵਾਈ ਕਿੱਦਾਂ ਪੰਜਾਬ 'ਚ ਲੈ ਕੇ ਜਾਣੀ। ਔਰ ਜਿਹੜੇ ਤੁਸੀਂ ਭਰਮ ਭੁਲੇਖੇ ਮੀਡੀਆ ਦੇ ਰਾਹੀਂ ਜਾਂ ਵਿਰੋਧੀ ਪਾਰਟੀਆਂ ਨੇ ਪਾਏ ਵੇ, ਉਹਨਾਂ ਤੋਂ ਅਸੀਂ ਕਿਵੇਂ ਛੁਟਕਾਰਾ ਪਾਉਣਾ ਹੈ, ਇਸ ਤੇ तमाम ਜਿਹੜੀਆਂ ਮੀਟਿੰਗਸ ਤੇ ਚਰਚਾਵਾਂ ਹੋ ਰਹੀਆਂ ਨੇ। ਮੈਂ ਹਰ ਚੀਜ਼ ਨੂੰ ਸਿਰੇ ਤੋਂ ਨਕਾਰਦਾ ਹੋਇਆ ਤੁਹਾਨੂੰ ਇਹ ਬੇਨਤੀ ਕਰਦਾ ਕਿ ਸੋਰਸਿਸ ਦੇ ਮਾਧਿਅਮ ਨਾਲ, ਸੋਰਸਿਸ ਜਦੋਂ ਤੁਸੀਂ ਕਹਿੰਦੇ ਹੋ ਇਹਦਾ ਮਤਲਬ ਮੁਕੰਮਲ ਖਬਰ ਝੂਠੀ ਹੈ। ਸੋਰਸਿਸ ਦੇ ਮਾਧਿਅਮ ਨਾਲ ਮੈਂ ਕੋਈ ਵੀ ਚੀਜ਼ ਅਗਰ ਕਵਾਂਗਾ ਜਾਂ ਤਾਂ ਕੋਈ ਉਹਦਾ ਅਥੈਂਟਿਸਿਟੀ ਪ੍ਰੂਫ ਦਿਖਾਓ। ਆਦਰਨੀਆ ਪ੍ਰਗਟ ਸਿੰਘ ਜੀ ਨੇ ਹੁਣੇ ਕਿਸੇ ਚੈਨਲ ਤੇ ਫੋਨੋ ਦਿੰਦਿਆਂ ਇਹ ਗੱਲ ਕਹੀ ਹੈ, ਜਿਹੜਾ ਮੇਰੇ ਕੋਲੇ ਆਇਆ, ਕਿ ਅਸੀਂ ਕਿਸੇ ਧੜੇ ਦੇ ਨਾਲ ਨਹੀਂ ਹੈ। ਅਸੀਂ ਇਹ ਸੋਚ ਰਹੇ ਹਾਂ ਕਿ ਕਿੱਦਾਂ ਕਾਂਗਰਸ ਪਾਰਟੀ ਦੀ ਇਕਜੁੱਟਤਾ ਔਰ ਕਿੱਦਾਂ ਅੱਗੇ ਲੈ ਕੇ ਜਾਇਆ ਜਾਵੇ। ਪਰ ਆਪਕੋ ਲੱਗ ਰਿਹਾ ਹੈ ਕਿ ਤੁਸੀਂ ਦੇਖਿਆ ਹੋਣਾ ਕਿ ਮੈਂ ਵੀ ਆਪਣੇ ਅਕਾਊਂਟਸ ਤੇ ਉਹ ਜਿਹੜੀਆਂ तमाम ਫੋਟੋਆਂ ਤੇ तमाम ਮੀਟਿੰਗ ਦੀਆਂ ਉਹ ਚੀਜ਼ਾਂ ਅਸੀਂ ਸ਼ੇਅਰ ਕੀਤੀਆਂ। ਚੰਨੀ ਸਾਹਿਬ, ਰੰਧਾਵਾ ਸਾਹਿਬ, ਰਾਣਾ ਗੁਰਜੀਤ, ਤ੍ਰਿਪਤ ਰਜਿੰਦਰ ਬਾਜਵਾ, ਇਹ ਸਾਡੇ ਸਾਰੇ ਲੀਡਰਸ ਨੇ ਔਰ ਆਈ ਰਿਸਪੈਕਟ them all of them। ਮੀਟਿੰਗ 'ਚ ਸ਼ਾਮਲ ਹੋਣਗੇ। ਤੁਹਾਨੂੰ ਕੀ ਪਤਾ ਕਿ ਪਹਿਲਾਂ ਮੀਟਿੰਗ ਮੇਰੇ ਨਾਲ ਹੋਈ ਹੋਵੇ? एक मिनट, मैं सुनिए आप सुनिए। पर आपको लग रहा है कि कांग्रेस चन्नी साहब तो ओपनली फोटो डाल के कह रहे हैं मोरिंडा की बैठक को कंटिन्यू किया, वो बैठक आपके खिलाफ थी। कहाँ लिखा उन्होंने लिखा, कहाँ लिखा? नो आपने फोटो डाली सर। आपने क्या लिखा? उन्होंने क्या कि मोरिंडा की मीटिंग को कंटिन्यू किया है तो अच्छा सुनिए उन्होंने पंजाबी में कुछ और लिखा है, इंग्लिश में कुछ और लिखा होगा, मेरे को नहीं पता। सुनिए, दूसरी बात, जो मोरिंडा मीटिंग थी, आप तो ऐसे बात कर रहे हैं कि वो पाकिस्तान पीओके की मीटिंग थी। नहीं, वो मोरिंडा मीटिंग के बारे में भी मैंने आपको बता चुका हूं कि मोरिंडा मीटिंग हमारे वरिष्ठ नेता आदरणीय चन्नी साहब के घर में थी, जो कि कैंपेन कमेटी के चेयरमैन बने हैं। बहुत से लोग उनका स्वागत करने गए, बहुत से लोग उनको मिलने गए। जो 100 लोग नहीं मिलने गए, हो सकता है आने वाले दिनों में वो भी मिलने जाएं। अब आपने तो मोरिंडा मीटिंग को बता दिया कि जैसे पीओके की मीटिंग थी। ऐसा मत कीजिए, मेरी आपसे गुजारिश है।
वो मीटिंग भी कांग्रेस की मजबूती के लिए थी और ਅੱਜ ਦੀ ਮੀਟਿੰਗ ਵੀ ਜਿਹੜੀ ਹੋਈ ਹੈ ਕਾਂਗਰਸ ਪਾਰਟੀ ਨੂੰ ਮਜ਼ਬੂਤੀ ਵਾਸਤੇ ਇੱਕ ਦੋ ਦਿਨਾਂ ਦੇ ਵਿੱਚ सुनने में आया ਇੱਕ ਦੋ ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਕਿ ਕਾਂਗਰਸ ਪਾਰਟੀ ਦੇ ਸਭ ਲੀਡਰ ਇੱਕ ਮੰਚ ਤੇ ਹੋਣਗੇ ਤੁਸੀਂ ਤਾਂ ਮੀਡੀਆ ਨੇ ਤਾਂ ਕੱਲ ਹੀ ਚਲਾ ਰੱਖਿਆ ਹੈ ਇੱਕ ਮਿੰਟ ਮੀਡੀਆ ਨੇ ਤਾਂ ਕੱਲ ਹੀ ਚਲਾ ਰੱਖਿਆ ਹੈ ਕਿ ਚੰਨੀ ਸਾਹਿਬ ਦਿੱਲੀ ਚ ਗਏ ਚੰਨੀ ਸਾਹਿਬ ਤਾਂ ਇੱਥੇ ਹੈ लेकिन राजा जी सुन सारे बैठक के अंदर मौजूद थे आप भी चले जाते तो आज ही इकट्ठे आप भाई साहब आपका तो ना लड़ाने का मन है हमें अगर ना भी मिल के वो जो एक मिनट सब लीडर भाजपा साहब कहाँ थे सोनी साहब कहाँ थे राणा केपी साहब कहाँ थे अरुणा चौधरी जी कहाँ थे मेरे कहने का मतलब मेरे पास आपकी हर चीज का जवाब है कुछ लोगों के नाल थोड़ी गल भी हुई है जी आज कल नहीं इनमें से जो हमारे वरिष्ठ लीडर हैं उनके साथ सुबह मेरी बैठक हुई और हम सब लोग इकट्ठे हैं मैं इंटरनल जो हमारा पारिवारिक अगर कोई बात है उसके बारे में चर्चा नहीं करना चाहता मैंने पहले भी कहा है आज भी कह रहा हूं कांग्रेस परिवार इकट्ठा है और प्लीज मेरी आपसे गुजारिश है आप इसको खामखा विवाद ना बनाएं कि आज मीटिंग वहां है आज मीटिंग वहां है मीटिंग निरंतर होगी आज आप बता देंगे राजा के घर में भी बैन साहब और मोहित महिंद्रा और इन लोगों की मीटिंग हुई ऐसा मीटिंग का कोई प्रस्ताव नहीं अब हम खड़े होंगे फोटो खींचेगी जाएगी तो कहने का मतलब लड़ाई नहीं है आपको लग रहा है कि वो कांग्रेस इकट्ठी है 100% अब सुनिए आप तो कवर अप कर सुनिए आप खराब कर रहे हैं मेरे को लगता है कि आपको किसी ने भेजा है कि आपने लड़ाई दिखानी है कवर अप नहीं सुनिए स्टेटमेंट दे रहे हैं लेकिन दूसरा पक्ष तो ये बात नहीं कह रहा ना किसी ने स्टेटमेंट दिया नहीं है तुम गलत बात कर रहे हो चन्नी साहब का स्टेटमेंट दिखाओ एक मिनट सुनिए चन्नी साहब सुनिए एक मिनट मेरे को उसका जवाब देने दो एक मिनट चन्नी साहब के घर में बैठक हुई एक मिनट यार वो बताता हूँ दिल्ली वाला चन्नी साहब के घर में बैठक हुई तमाम लीडर इकट्ठे हुए अगर इंडिसिप्लिन होता तो चन्नी साहब आके पार्टी के विरोध में या मेरे विरोध में आके बोलते इसका मतलब डिसिप्लिन है आपको उन्होंने संबोधन नहीं किया है इसका मतलब एकजुटता है परिवार अंदर अंदर बात करता है अगर इनडिसिप्लिन होता तो चन्नी साहब बाहर आके आपको समझ जहां तक दिल्ली जाने का सवाल है कि वो दिल्ली जा रहे हैं कि नहीं जा रहे मैं किसी का टूर प्रोग्राम तो छापता नहीं हूं आप कब जा रहे हो दिल्ली अब मेरे को क्या पता अब मेरे भाई हो रोज मिलते हो कांग्रेस विरोधी पार्टियां लगातार तंज कस रही हैं उनके आईटी सेल लग रहा है कि आपको बहुत मजा आ रहा है पहली बार ये हो रहा है कि आम आदमी पार्टी ने आपके गले के ऊपर जो अंगूठा रखा था मीडिया के वो 2 दिन से उठाया हुआ है वो कह रही है कांग्रेस को चलाओ कांग्रेस की लड़ाई दिखाओ जल्दी और नहीं तो पहले आपके गले पे अंगूठा रख देते थे ये खबर उतार दो अब उन्होंने कहा कि कांग्रेस की लड़ाई दिखाओ तो मेरी आपसे गुजारिश है मेरी सुनिए आप मेरे भाई बंधु हो मैं आपसे रोज यहाँ मिलता हूँ आप मेरे परिवार के सदस्य हो और मेंबर हो लेकिन आपको तो ये पता ही है मालकों के गलों पे अंगूठा है कि अब लड़ाई दिखानी है तो आप लड़ाई दिखा रहे हो लेकिन इसमें फायदा क्या हो रहा है हमारा हर चीज नेगेटिविटी में पॉजिटिविटी क्या है पॉजिटिविटी ये है एक मिनट विशाल जी पॉजिटिविटी ये है कि इसमें हमें कम से कम मीडिया के लोग फोटो तो दिखा रहे हैं नहीं तो फोटो ही उड़ा देते हैं हेलो सुनिए मैं चन्नी नहीं अब चन्नी साहब से मैं आपको वो क्या आवाज जो मेरी बातें हुई हैं सारी सुनाऊं अच्छा सुनो एक मेरे से प्रॉमिस कर लो आज कि अगर मैंने चन्नी साहब से बात करके उनसे पूछ के मैं रिकॉर्डिंग कर लूंगा उनकी कि सर मैं आपकी रिकॉर्डिंग कर रहा हूं भाई साहब क्योंकि किसी को विश्वास नहीं हो रहा कि अपनी बात हो रही है कि नहीं हो रही तो फिर मैं आपको दिखा दूंगा क्या आप यूनिटी फिर दिखा दोगे रखोगे इतने गट्स दिखाने के फिर भी आप बोलोगे नहीं ये आवाज झूठी है एआई है मैं क्या करूंगा आपके हर सवाल का जवाब नहीं दिया जा सकता आप मेरे भाई हो और अभी इसके बाद लस्सी पियेंगे कांग्रेस यूनाइटेड है चन्नी साहब राजा वड़िंग और राणा गुरजीत और प्रताप सिंह बाजवा हम सब इकट्ठे हैं रंधावा जी
बोल दिया आप परसों कह रहे थे कि यार वो तो मेरे पिता समान है बाजवा जी। एक मिनट सुनिए, इस इतनी उम्र के मेरे दादाजी थे 84 साल के, और मेरे नहीं और मेरे को तो तृप्त रजिंदर बाजवा जी तो मेरे दादाजी के समान है, पिताजी नहीं दादाजी। वो कुछ भी, वो तो मेरे है ही मेरे अपने। थैंक यू। ਤਾਂ ਬਿਲਕੁਲ ਸਿੱਧੇ ਤੌਰ ਦੇ ਉੱਤੇ ਪਰਮਿੰਦਰ ਕਹਿ ਸਕਦੇ ਹਾਂ ਕਿ ਲਗਾਤਾਰ ਜਿਹੜੀ ਹੈ ਚਰਚਾ ਸੀ ਉਸ ਦੇ ਉੱਤੇ ਵਿਰਾਮ ਲਾਉਂਦੇ ਜਿਹੜੇ ਨੇ ਉਹ ਅਮਰਿੰਦਰ ਸਿੰਘ ਰਾਜਾ ਵੜਿੰਗ ਨਜ਼ਰ ਆਏ। ਉਹਨਾਂ ਦੇ ਵੱਲੋਂ ਸਿੱਧੇ ਤੌਰ ਦੇ ਉੱਤੇ ਜਿਹੜੀ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਅਸੀਂ ਯੂਨਾਈਟਿਡ ਆ। ਜੋ ਮੀਟਿੰਗ ਹੋਈ ਸੀ ਉਹ ਇੱਕ ਮੀਟਿੰਗ ਜਿਹੜੀ ਆ ਉਹ ਕੰਪੇਨ ਕਮੇਟੀ ਦੀ ਸੀ। ਤਾਂ ਸਿੱਧੇ ਤੌਰ ਤੇ ਅੱਜ ਮੁੜ ਤੋਂ ਜਿਹੜਾ ਹੈ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵੱਲੋਂ ਧੜੇਬੰਦੀ ਨੂੰ ਖਾਰਿਜ ਕੀਤਾ ਹੈ। ਪਰ ਲਗਾਤਾਰ ਜਿਸ ਤਰੀਕੇ ਦੇ ਨਾਲ ਮੀਟਿੰਗਾਂ ਚੱਲ ਰਹੀਆਂ ਨੇ, ਇੱਕ ਵੱਖਰੀ ਚਰਚਾ ਜਿਹੜੀ ਉਹ ਲਗਾਤਾਰ ਬਣੀ ਹੋਈ ਹੈ। ਬਿਲਕੁਲ ਇੰਦਰ, ਜਿਸ ਤਰੀਕੇ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ, ਆਖਿਰਕਾਰ ਰਾਜਾ ਵੜਿੰਗ ਦੇ ਵੱਲੋਂ ਕਿਹਾ ਗਿਆ ਕਿ ਚਾਹੇ ਮੋਰਿੰਡਾ ਵਾਲੀ ਮੀਟਿੰਗ ਹੋਵੇ ਉਹ ਵੀ ਪਾਰਟੀ ਨੂੰ ਬਿਲਕੁਲ ਮਜ਼ਬੂਤ ਕਰਨ ਵਾਸਤੇ ਸੀ, ਚਾਹੇ ਮੋਹਾਲੀ ਵਾਲੀ ਮੀਟਿੰਗ ਹੋਵੇ ਉਹ ਵੀ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਸੀ। ਕਿਸੇ ਤਰੀਕੇ ਦੀ ਗੁੱਟਬਾਜੀ ਧੜੇਬੰਦੀ ਨੂੰ ਸਿਰੇ ਤੋਂ ਰਾਜਾ ਵੜਿੰਗ ਨੇ ਰੱਦ ਕੀਤਾ ਹੈ। ਬਿਲਕੁਲ ਸਿੱਧੇ ਤੌਰ ਦੇ ਉੱਤੇ ਜਿਸ ਤਰੀਕੇ ਦੇ ਨਾਲ ਅੱਜ 4 ਵਜੇ ਜਿਹੜੀ ਉਹ ਭੁਪੇਸ਼ ਬਘੇਲ ਹੋਰਾਂ ਦੇ ਵੱਲੋਂ ਮੀਟਿੰਗ ਲਈ ਜਾਵੇਗੀ, ਉਸ ਦੇ ਵਿੱਚ ਹੁਣ ਕਿਹੜੇ ਲੀਡਰ ਸ਼ਾਮਿਲ ਹੁੰਦੇ ਨੇ ਉਹ ਜਿਹੜਾ ਉਹ ਡਿਸਾਈਡ ਕਰਨਗੇ। ਕਿਉਂਕਿ ਜਿਸ ਤਰੀਕੇ ਦੇ ਨਾਲ ਪਹਿਲਾਂ ਮੋਰਿੰਡਾ ਦੇ ਵਿੱਚ ਮੀਟਿੰਗ ਹੋਣੀ, ਫਿਰ ਇਸ ਤਰੀਕੇ ਦੇ ਨਾਲ ਹੁਣ ਮੀਟਿੰਗ ਹੋਣੀ, ਤਾਂ ਵੱਖ-ਵੱਖ ਤਰੀਕੇ ਦੀਆਂ ਚਰਚਾਵਾਂ ਜਿਹੜੀਆਂ ਨੇ ਉਹ ਲਗਾਤਾਰ ਚੱਲ ਰਹੀਆਂ ਨੇ। ਪਰ ਇਹਨਾਂ ਮੀਟਿੰਗਾਂ ਦੇ ਦੌਰ ਦੇ ਵਿੱਚ ਕਿਸ ਤਰੀਕੇ ਨਾਲ ਲੀਡਰਸ ਅੱਜ 4 ਵਜੇ ਵਾਲੀ ਮੀਟਿੰਗ ਸ਼ਾਮਿਲ ਹੁੰਦੇ ਆ ਉਹ ਦੇਖਣਾ ਅਹਿਮ ਰਹੇਗਾ। ਹਾਲਾਂਕਿ ਇਹਨਾਂ ਦੇ ਵੱਲੋਂ ਤਾਂ ਲਗਾਤਾਰ ਜ਼ਿਕਰ ਕੀਤਾ ਗਿਆ ਕਿ ਜੋ ਕਾਂਗਰਸ ਹੈ ਉਹ ਇਕੱਠੀ ਹੈ, ਪਰ ਇਕੱਠੀ ਕਿੰਨੀ ਹੈ, ਉਹ ਧੜੇਬੰਦੀ ਕਿੰਨੀ ਹੈ, ਉਹ ਲਗਾਤਾਰ ਸਾਨੂੰ ਵੀ ਸਾਹਮਣੇ ਆ ਰਹੀ ਹੈ ਤੇ ਜਨਤਾ ਨੂੰ ਵੀ ਸਾਹਮਣੇ ਆ ਰਹੀ ਹੈ ਜੀ। ਠੀਕ ਹੈ ਇੰਦਰ, ਫਿਲਹਾਲ ਦੀ ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ। ਤਾਂ ਜਿੱਥੇ ਲਗਾਤਾਰ ਮੀਟਿੰਗਾਂ ਹੋ ਰਹੀਆਂ ਨੇ, ਸੋਸ਼ਲ ਮੀਡੀਆ ਤੇ ਤਸਵੀਰਾਂ ਪਾਈਆਂ ਜਾ ਰਹੀਆਂ ਨੇ, ਪਰ ਇਸ ਦੇ ਵਿੱਚ ਇੱਕ ਇਹ ਵੀ ਬਹੁਤ ਗੱਲ ਦਿਲਚਸਪ ਹੈ, ਚਾਹੇ ਮੋਹਾਲੀ ਦੇ ਵਿੱਚ ਮੀਟਿੰਗ ਹੋਈ ਚਰਨਜੀਤ ਚੰਨੀ, ਉਸ ਦੇ ਵਿੱਚ ਸੁਖਜਿੰਦਰ ਰੰਧਾਵਾ, ਭਾਰਤ ਭੂਸ਼ਣ ਆਸ਼ੂ, ਤ੍ਰਿਪਤ ਬਾਜਵਾ, ਹੋਰ ਆਗੂ ਨਜ਼ਰ ਆ ਰਹੇ ਨੇ। ਪਰ ਉਹੀ ਤਸਵੀਰਾਂ ਪੰਜਾਬ ਕਾਂਗਰਸ ਦੇ ਪੇਜ ਤੇ ਵੀ ਸ਼ੇਅਰ ਕੀਤੀਆਂ ਗਈਆਂ ਤੇ ਉਹੀ ਤਸਵੀਰਾਂ ਰਾਜਾ ਵੜਿੰਗ ਨੇ ਵੀ ਸ਼ੇਅਰ ਕੀਤੀਆਂ, ਜਿਸ ਦੇ ਵਿੱਚ ਲਿਖਿਆ ਕਿ ਯੂਨਿਟੀ ਇਜ਼ ਸਟਰੈਂਥ। ਇਸ ਗੱਲ ਦਾ ਵੀ ਜ਼ਿਕਰ ਕੀਤਾ, ਯਾਨੀ ਕਿ ਇਹ ਕਿਹਾ ਜਾ ਰਿਹਾ ਹੈ ਕਿ ਪਾਰਟੀ ਨੂੰ ਇਕਜੁੱਟ ਕਰਨ ਵਾਸਤੇ, ਮਜ਼ਬੂਤ ਕਰਨ ਵਾਸਤੇ ਇਹ ਬੈਠਕਾਂ, ਇਹ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ।